सेवा में हर वक्त लगे रहते हैं। श्री जप साहब के 84 पाठ हमेशा लिए करते हैं। इधर थड़ा साहब बनया ना गुरु अमरदास साहब का उरले पासे, उस स्थान से बैठ के महाराज साहब जो सेवा तो वेले होंगे इत्थे बैठ के सेवन करया करते। ਚੱਕੀ ਆਉਂਦਿਆਂ ਦੇ ਗਾਗਰ ਪੈਰ ਤਿਲਕਦੇ ਜਾਂਦੇ ਆ, ਘਵੋ ਘਵੋ ਕੇ ਅੰਗੂਠੇ ਅੱਗੇ ਤੁਰਦੇ ਹੌਲੀ ਹੌਲੀ। 84 ਸਾਲ ਦੀ ਅਵਸਥਾ ਹੈ ਆਪ ਜੀ ਦੀ। ਇਸ ਹਾਲਤ ਵਿੱਚ ਮਹਾਰਾਜ ਸਾਹਿਬ ਦੇ ਗਾਗਰ ਚੱਕੀ ਹੋਈ ਹੈ। ਗਾਗਰ ਚੱਕੀ ਆਉਂਦਿਆਂ ਜਦੋਂ ਇੱਥੇ ਇਹ ਜਲਾਹੇ ਦਾ ਇੱਥੇ ਕੀਲਾ ਸੀ ਤਾਣੀ ਬੁਣਨ ਵਾਲਾ, ਜਿਹੜਾ ਕਰੀਬ ਸਾਧ ਸੰਗਤ ਜੀ ਹਰਾ ਹੋਇਆ ਸੰਗਤਾਂ ਜੋ ਗੁਰੂ ਕੇ ਬਾਗ ਦਾ ਮੋਰਚਾ ਸੀ ਉਸ ਵੇਲੇ 10 ਦਰਸ਼ਨ ਕੀਤੇ ਸੀ, ਉਦੋਂ ਹਰਾ ਸੀ ਇਹ ਕਰੀਬ। ਇਸ ਦੇ ਵਿੱਚ ਫਲ ਲੱਗਦੇ ਸੀ ਉਸ ਵੇਲੇ, ਪੱਤੇ ਫਲ ਆਦਿਕ ਸੰਗਤਾਂ ਮੂੰਹ ਦੇ ਵਿੱਚ ਪਾਉਂਦੀਆਂ ਸੀ ਆਪ ਨੂੰ ਪਵਿੱਤਰ ਸਮਝਣ ਵਾਸਤੇ। ਉਦੋਂ ਬਾਅਦ ਇਹ ਆਪਦੀ ਉਮਰ ਪੂਰੀ ਕਰਕੇ ਸੁੱਕਿਆ ਹੈ। ਇਹ ਜਿਹੜਾ ਕਰੀਰ ਸੀ ਮਹਾਰਾਜ ਦੇ ਚਰਨਾਂ ਨਾਲ ਲੱਗ ਕੇ ਹਰ ਕ੍ਰਿਸ਼ਨ ਤੇਗ ਬਹਾਦਰ ਚੰਦ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੇ ਅੰਮ੍ਰਿਤ ਗਿਆਨ ਹੈ ਨਾਨਕ ਭਗ ਵੈਰਾਗ ਗੁਰੂ ਗ੍ਰੰਥ ਸਾਹਿਬ ਦੇ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਸੰਗਤ ਕੋ ਬੰਦਨਾ ਸਿਰ ਚਰਨਨ ਪਰ ਧਾਰ ਸੋ ਕਹੋ ਤਲ ਗੁਰ ਸੇਵੀਐ ਅਹੰਸ ਸਹਿਜ ਸੁਭਾਅ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆ ਭਾਗਾਂ ਵਾਲੇ ਹੋ। ਅੱਜ ਸੁਭਾਗ ਸਮਾਂ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਦਾ ਦਿਹਾੜਾ ਹੈ। ਸਭ ਸੰਗਤਾਂ ਨੂੰ ਵਧਾਈ ਹੋਵੇ। ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਸਾਧ ਸੰਗਤ ਜੀ 1526 ਬਿਕਰਮੀ ਨੂੰ 3 ਵਿਸਾਖ ਸੰਗਰਾਂਦੀ ਗੁਰੂ ਮਹਾਰਾਜ ਸਵਾ ਪਹਿਰ ਦੇ ਤੜਕੇ ਬਾਸਰ ਕੇ ਨਗਰ ਵਿੱਚ ਬਾਬਾ ਤੇਜ ਭਾਨ ਜੀ ਮਹਾਰਾਜ ਦੇ ਪਿਤਾ ਦਾ ਨਾਮ ਸੀ ਅਤੇ ਮਾਤਾ ਸਾਹਿਬ ਜੀ ਦਾ ਨਾਮ ਰੂਪ ਕੌਰ ਸੀ। ਦੂਸਰਾ ਨਾਮ ਮਾਤਾ ਲక్ష్ਮੀ ਜੀ ਸੀ। ਇਹ ਦੋ ਨਾਮ ਮਾਤਾ ਸਾਹਿਬ ਦੇ ਸਨ। ਇਸ ਮਾਤਾ ਦੀ ਕੁੱਖ ਨੂੰ ਸਫਲਾ ਕਰਨ ਵਾਸਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਅੰਦਰ ਅਵਤਾਰ ਧਾਰਿਆ। ਹੋਰ ਵੀ ਆਪਦੇ ਭਰਾਤਾ ਸਨ, ਜਿਸ ਦਾ ਨਾਮ ਈਸ਼ਰ ਦਾਸ ਸੀ, ਜਿਹਦੇ ਪੁੱਤਰ ਭਾਈ ਗੁਰਦਾਸ ਸਾਹਿਬ ਜੀ ਹੋਏ ਸਨ। ਅਤੇ ਹੋਰ ਵੀ ਦੂਸਰਾ ਭਰਾਤਾ ਸੀ। ਹੋਰ ਇੱਕ ਇਸ ਪ੍ਰਕਾਰ ਭਰਾ ਸਨ। 3 ਭਰਾਤਾ ਸਨ। ਤਿੰਨਾਂ ਭਰਾਵਾਂ ਦੇ ਵਿੱਚੋਂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਸ ਜੀ ਜਗਤ ਗੁਰੂ ਸ੍ਰੀ ਖਡੂਰ ਸਾਹਿਬ ਵਿੱਚ ਨਿਵਾਸ ਕਰਦੇ ਸਨ। ਆਪ ਜੀ ਦੇ ਪਰਮ ਪਵਿੱਤਰ ਗ੍ਰਹਿ ਵਿੱਚ 2 ਸਾਹਿਬਜ਼ਾਦੇ ਸਨ, ਇੱਕ ਬਾਬਾ ਦਾਤੂ ਜੀ, ਇੱਕ ਬਾਬਾ ਦਾਸੂ ਜੀ, ਅਤੇ ਇੱਕ ਪੁੱਤਰੀ ਸੀ ਸਤਿਗੁਰਾਂ ਦੀ ਬੀਬੀ ਅਮਰੋ ਜੀ, ਜਿਸ ਦਾ ਨਾਮ ਸੀ। ਇਹ ਬੀਬੀ ਅਮਰੋ ਜੀ ਦੀ ਸ਼ਾਦੀ ਬਾਸਰ ਕੇ ਨਗਰ ਵਿੱਚ ਹੋਈ ਸੀ। ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਦੇ ਨਾਲ ਇਸ ਬੀਬੀ ਦੀ ਸ਼ਾਦੀ ਹੋਈ ਸੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਇਸ ਤਰ੍ਹਾਂ ਅਵਤਾਰ ਧਾਰਨ ਕੀਤਾ, ਆਪਦੇ ਚਰਨਾਂ ਕਮਲਾਂ ਸਾਧ ਸੰਗਤ ਜੀ ਪਦਮ ਸੀ। ਜਿਸ ਪ੍ਰਕਾਰ ਵਿਸ਼ਨੂੰ ਭਗਵਾਨ ਦੇ ਚਰਨਾਂ 'ਚ ਪਦਮ ਹੈ, ਇਸੇ ਪ੍ਰਕਾਰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਕਮਲਾਂ 'ਚ ਪਦਮ ਸੀ। ਅਤੇ ਉਸ ਪਦਮ ਦੇ ਸਹਿਤ ਜਿਵੇਂ 52 ਅਵਤਾਰ ਛੋਟਾ ਜਿਹਾ ਰੂਪ ਧਾਰਿਆ ਸੀ, ਐਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਾਲਕ ਅਵਸਥਾ ਦੇ ਵਿੱਚ ਮਧਰੇ ਕੱਦ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਸਨ। ਆਪ ਜੀ ਦੇ ਚਰਨਾਂ ਕਮਲਾਂ 'ਚ ਪਦਮ ਸੀ। ਜਿਵੇਂ ਕ੍ਰਿਸ਼ਨ ਭਗਵਾਨ ਬਾਬਤ ਕਿਹਾ ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਲਕੇ ਬਾਂਗੀ ਤਾਰੇ, ਇਹ ਆਪਦੇ ਸੱਜੇ ਚਰਨ ਵਿੱਚ ਪਦਮ ਸੀ। ਸਾਧ ਸੰਗਤ ਜੀ ਉਹ ਕਮਲ ਚਮਕਦਾ ਸੀ, ਜਿਵੇਂ ਤਾਰਾ ਚਮਕਦਾ ਹੁੰਦਾ ਹੈ, ਇਸ ਪ੍ਰਕਾਰ ਆਪਦੇ ਚਰਨਾਂ ਦੇ ਅੰਦਰ ਕਮਲ ਚਮਕਾਰਾ ਮਾਰਦਾ ਸੀ। ਆਪ ਜੀ ਨੂੰ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਰਹਿੰਦਿਆਂ ਹੋਇਆਂ, ਪਿਤਾ ਤੇਜ ਭਾਨ ਜੀ ਸਨ ਇਹਨਾਂ ਦੇ, ਉਹਨਾਂ ਦੀ ਆਗਿਆ 'ਚ ਰਹਿੰਦਿਆਂ ਹੋਇਆਂ ਆਪ ਖੇਤੀ ਦਾ ਵਿਹਾਰ ਕਰਿਆ ਕਰਦੇ। ਛੋਟੇ ਹੁੰਦੇ ਖੇਤੀ ਦੇ ਕੰਮ ਵਿੱਚ ਲੱਗ ਗਏ। ਖੇਤੀ ਕਰਦਿਆਂ ਇਸ ਪ੍ਰਕਾਰ ਸਮਾਂ ਆਪ ਜੀ ਦੀ ਸ਼ਾਦੀ ਹੋਈ। ਸ਼ਾਦੀ ਸਾਧ ਸੰਗਤ ਜੀ ਪਿੰਡ ਖੇਮਕਰਨ ਨਗਰ ਅੰਦਰ ਮਾਤਾ ਰਾਮੋ ਜੀ ਗੁਰੂ ਸਾਹਿਬ ਦੇ ਮਹਿਲ ਹੋਏ। ਮਾਤਾ ਰਾਮੋ ਜੀ ਦੇ ਨਾਲ ਸ਼ਾਦੀ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ।
ਆਪ ਜੀ ਬਾਸਰ ਨਗਰ ਦੇ ਵਿੱਚ ਸ਼ਾਦੀ ਦੇ ਸਹਿਤ ਜਦੋਂ ਮਾਤਾ ਦੇ ਸਮੇਤ ਆਏ, ਇੱਥੇ ਰਹਿੰਦਿਆਂ ਹੋਇਆਂ ਪਿਤਾ ਦੀ ਆਗਿਆ ਵਿੱਚ, ਮਾਤਾ ਪਿਤਾ ਦੇ ਪ੍ਰੇਮ ਵਿੱਚ ਰਹਿੰਦਿਆਂ ਹੋਇਆਂ ਸਮਾਂ ਕੁਝ ਬਤੀਤ ਕੀਤਾ। ਬਾਬਾ ਤੇਜ ਭਾਨ ਜੀ ਪਰਲੋਕ ਗਮਨ ਕਰ ਗਏ। ਮਾਤਾ ਸਾਹਿਬ ਵੀ, ਮਾਤਾ ਲక్ష్ਮੀ ਜਾਂ ਰੂਪ ਕੌਰ ਜਿਹਨਾਂ ਦਾ ਨਾਮ ਸੀ, ਉਹ ਵੀ ਚੜ੍ਹਾਈ ਕਰ ਗਏ। ਉਦੋਂ ਬਾਅਦ ਤਿੰਨਾਂ ਭਰਾਵਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ। ਖੇਤੀ ਕਰਦਿਆਂ ਹੋਇਆਂ ਸਾਧ ਸੰਗਤ ਜੀ 50 ਸਾਲ ਦੀ ਆਪ ਦੀ ਉਮਰ ਹੋ ਗਈ। ਹਮੇਸ਼ਾ ਲਈ ਇੱਕ ਜਗ੍ਹਾ ਬਣਾਈ ਸੀ ਇਕਾਂਤ, ਹਲ ਵਾਹਿਆ ਹੋਣਾ ਗੁਰੂ ਅਮਰਦਾਸ ਜੀ ਨੇ, ਫਿਰ ਇਕਾਂਤ ਬੈਠ ਕੇ ਸਮਾਧੀ ਲਾ ਕੇ ਭਜਨ ਕਰਨ ਲੱਗ ਜਾਣਾ। ਉਹ ਜਿਹੜਾ ਸੰਨ ਸਾਹਿਬ ਗੁਰਦੁਆਰਾ ਸਾਹਿਬ ਹੈ, ਉੱਥੇ ਮਹਾਰਾਜ ਸਾਹਿਬ ਪਹਿਲੀ ਅਵਸਥਾ 'ਚ ਉੱਥੇ ਉਹ ਆਪਦੇ ਖੇਤ ਵਿੱਚ ਹੀ ਜਗ੍ਹਾ ਸੀ। ਉਸ ਖੇਤ ਵਿੱਚ ਮਹਾਰਾਜ ਸਾਹਿਬ ਤਪੱਸਿਆ ਕਰਿਆ ਕਰਦੇ। ਹਲ ਤੋਂ ਬਾਹਰ ਆ ਕੇ ਬਾਅਦ ਆ ਕੇ ਉੱਥੇ ਬੈਠ ਕੇ ਭਜਨ ਕਰਿਆ ਕਰਦੇ। ਇਹ ਸਮਾਂ ਆਪਦਾ ਕੁਝ ਬਤੀਤ ਹੋਇਆ। ਜਦੋਂ ਫਿਰ ਆਪ ਜੀ ਦੇ ਅੰਦਰ ਐਸੀ ਲਗਨ ਲੱਗੀ, 50 ਸਾਲ ਦੀ ਉਮਰ ਹੋਇਆ, ਸਾਰੇ ਪਰਿਵਾਰ ਨੂੰ ਸਭ ਕੁਝ ਸੌਂਪ ਦਿੱਤਾ। ਤੇ ਆਪ ਜੀ ਦੇ ਸੁਪੁੱਤਰ ਦੋ ਹੋਏ, ਵੱਡਾ ਬਾਬਾ ਮੋਹਨ ਜੀ ਅਤੇ ਛੋਟੇ ਗੁਰੂ ਸਾਹਿਬ ਦੇ ਮੋਹਰੀ ਜੀ, ਤੇ ਦੋ ਬੀਬੀਆਂ ਹੋਈਆਂ। ਇੱਕ ਦਾ ਨਾਮ ਬੀਬੀ ਦਾਨੀ ਜੀ, ਦੂਸਰੀ ਬੀਬੀ ਦਾ ਨਾਮ ਬੀਬੀ ਭਾਨੀ ਜੀ। ਇਹਨਾਂ ਬੀਬੀਆਂ ਦਾ ਜੋ ਨਾਤਾ ਹੋਇਆ ਸੀ, ਉਹ ਬੀਬੀ ਦਾਨੀ ਜੀ ਦਾ ਜਿਹੜਾ ਨਾਤਾ ਸੀ, ਉਹ ਭਾਈ ਰਾਮਾ ਸੀ ਉਸ ਦਾ ਨਾਮ। ਉਸ ਦੇ ਨਾਲ ਸਾਕ ਹੋਇਆ ਸੀ, ਉਹਦੇ ਨਾਲ ਬੀਬੀ ਦਾ ਆਨੰਦ ਕਾਰਜ ਹੋਇਆ ਸੀ। ਦੂਸਰੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੀ ਬੀਬੀ ਭਾਨੀ ਦਾ ਉਹਨਾਂ ਦੇ ਨਾਲ ਸੰਬੰਧ ਹੋਇਆ ਸੀ। ਇਸ ਪ੍ਰਕਾਰ ਦੋਹਾਂ ਬੀਬੀਆਂ ਦੀ ਸ਼ਾਦੀ ਹੋਈ ਸੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸਾਰੇ ਪਰਿਵਾਰ ਦੇ ਸਮੇਤ ਹੁੰਦਿਆਂ ਬਾਸਰ ਕੇ ਨਗਰ 'ਚੋਂ 50 ਸਾਲ ਦੀ ਅਵਸਥਾ ਹੋਣ ਤੋਂ ਬਾਅਦ ਇਹ ਪਰਨ ਕਰ ਲਿਆ ਵੀ 6 ਮਹੀਨੇ ਤੀਰਥ ਯਾਤਰਾ ਕਰਿਆ ਕਰਨੀ ਹੈ, 6 ਮਹੀਨੇ ਆ ਕੇ ਘਰ 'ਚ ਰਿਹਾ ਕਰਨੇ। ਇਸ ਪ੍ਰਕਾਰ ਮਹਾਰਾਜ ਸਾਹਿਬ ਤੀਰਥ ਯਾਤਰਾ ਵਾਸਤੇ ਪੈਦਲ ਚੱਲ ਪਿਆ ਕਰਨ, ਤੇ ਰਸਤੇ ਦੇ ਵਿੱਚ ਕਿਸੇ ਦੇ ਘਰ ਦਾ ਅੰਨ ਨਹੀਂ ਖਾਣਾ, ਆਪਣੇ ਪਾਸ ਹੀ ਖਾਣ ਪੀਣ ਵਾਸਤੇ ਲੈ ਜਾਣਾ। ਇਉਂ ਤੀਰਥ ਯਾਤਰਾ ਕਰਕੇ ਵਾਪਸ ਆ ਕੇ ਹਰਿਦੁਆਰ ਹਮੇਸ਼ਾ ਲਈ ਜਾਣਾ 6 ਮਹੀਨੇ ਬਾਅਦ। ਕਿਉਂ ਮਹਾਰਾਜ ਸਾਹਿਬ ਜੀ 19 ਵਾਰ ਸਾਧ ਸੰਗਤ ਜੀ ਗੰਗਾ 'ਚ ਗਏ। ਗੰਗਾ 'ਚ ਇਸ਼ਨਾਨ ਕਰਕੇ ਹਮੇਸ਼ਾ ਵਾਪਸ ਆਉਂਦੇ ਉਹਨਾਂ ਵਰਤ ਆਦਿਕ ਰੱਖਣੇ ਤੇ ਪਰਮੇਸ਼ਰ ਨੂੰ ਆਰਾਧਨਾ, ਕਿਸੇ ਪਰਮੇਸ਼ਰ ਸਾਨੂੰ ਆਪ ਦੀ ਪ੍ਰਾਪਤੀ ਹੋਵੇ। ਇਸ ਪ੍ਰਕਾਰ ਦੇ 19 ਵਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਏ। 20ਵੀਂ ਵਾਰ ਜਦੋਂ ਹਰਿਦੁਆਰ ਤੋਂ ਆ ਰਹੇ ਸਨ, ਆਪ ਰਸਤੇ ਵਿੱਚ ਇੱਕ ਬ੍ਰਹਮਚਾਰੀ ਆਪ ਜੀ ਨੂੰ ਮਿਲਿਆ। ਬ੍ਰਹਮਚਾਰੀ ਦੇ ਨਾਲ ਮਿਲ ਕੇ ਮਹਾਰਾਜ ਜਦੋਂ ਆਉਣ ਲੱਗੇ, ਇੱਕ ਦੁਰਗਾ ਨਾਮੇ ਬ੍ਰਾਹਮਣ ਸੀ, ਉਹ ਰਸਤੇ ਦੇ ਵਿੱਚ ਇੱਕ ਥਾਂ ਵਿੱਚ ਆਇਆ ਗਈਆਂ ਜਾਤੀਆਂ ਵਾਸਤੇ ਸਰਾਂ ਬਣਾਈ ਸੀ ਉਹਦੀ। ਉਹ ਬ੍ਰਾਹਮਣ ਉੱਥੇ ਰਿਹਾ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲੇਟੇ ਹੋਏ ਸਨ। ਲੇਟਿਆਂ ਨੂੰ ਵੇਖ ਕੇ ਕੋਲੇ ਆ ਕੇ ਬ੍ਰਾਹਮਣ ਬੈਠ ਗਿਆ। ਮਹਾਰਾਜ ਚਰਨਾਂ 'ਚ ਪਦਮ ਚਮਕਦਾ ਪਦਮ ਵੇਖ ਕੇ ਕਹਿਣ ਲੱਗਾ ਕਿ ਇਹ ਜਾਂ ਤਾਂ ਵਿਸ਼ਨੂੰ ਭਗਵਾਨ ਦੇ ਹੁੰਦਾ ਹੈ ਜਾਂ ਕੋਈ ਚੱਕਰਵਰਤੀ ਪਾਤਸ਼ਾਹ ਉਹਦੇ ਹੁੰਦਾ ਹੈ। ਇਹਨਾਂ ਦੇ ਉਹ ਪ੍ਰਤਾਪ ਕੋਈ ਨਜ਼ਾਰਾ ਨਹੀਂ ਇਸ ਵਕਤ ਆ ਰਿਹਾ। ਕੀ ਕਾਰਨ ਹੈ? ਜਿਹੜਾ ਮਹਾਰਾਜ ਸਾਹਿਬ ਦੇ ਪਦਮ ਹੈ ਚਰਨਾਂ 'ਚ, ਇਹਦਾ ਫਲ ਜ਼ਰੂਰ ਮਿਲਣਾ ਚਾਹੀਦਾ। ਜੇ ਅੱਗੇ ਨਹੀਂ ਮਿਲਿਆ ਤਾਂ ਅਗਾਹਾਂ ਨੂੰ ਮਿਲੇਗਾ। ਇਸ ਖਿਆਲ ਵਿੱਚ ਬੈਠਾ ਬ੍ਰਾਹਮਣ ਮਹਾਰਾਜ ਚਰਨਾਂ ਦੀ ਰੇਖਾ ਨੂੰ ਵੇਖ ਰਿਹਾ। ਸਤਿਗੁਰੂ ਸਾਹਿਬ ਜੀ ਲੇਟੇ ਹੋਏ ਬਰਾਜੇ ਹੋਏ ਉੱਠੇ, ਚਰਨ ਵਾਲੇ ਜਾਂ ਪਿਆਰੇ ਬ੍ਰਾਹਮਣ ਨੂੰ ਕੋਈ ਦਾਨ ਦੇਣ ਲੱਗੇ। ਉਹ ਕਹਿਣ ਲੱਗਾ, ਮਹਾਰਾਜ ਹੁਣ ਨਹੀਂ ਮੈਂ ਦਾਨ ਲੈਣਾ, ਉਦੋਂ ਦਾਨ ਲਵਾਂਗਾ ਜਦੋਂ ਤੁਹਾਡੇ ਚਰਨਾਂ 'ਚ ਪਦਮ ਹੈ ਜਦੋਂ ਫਲ ਪ੍ਰਗਟ ਹੋਵੇ। ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਬ੍ਰਾਹਮਣ ਤੋਂ ਸੁਣ ਕੇ ਉੱਥੇ ਚੱਲ ਪਏ। ਬ੍ਰਹਮਚਾਰੀ ਵੀ ਨਾਲ ਹੀ ਤੁਰਿਆ ਆਉਂਦਾ ਹੈ। 20ਵੀਂ ਯਾਤਰਾ ਕਰਕੇ ਮਹਾਰਾਜ ਨਗਰ 'ਚ ਆਏ। ਉਹ ਬ੍ਰਹਮਚਾਰੀ ਦਾ ਇੰਨਾ ਮਹਾਰਾਜ ਨਾਲ ਮਿਲਾਪ ਹੋ ਗਿਆ, ਉਹ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਬਾਸਰ ਕੇ ਨਗਰ 'ਚ ਘਰ 'ਚ ਹੀ ਆ ਗਿਆ। ਇੱਥੇ ਘਰ 'ਚ ਆਏ, ਕੋਠੇ ਦੇ ਉੱਤੇ ਆਸਣ ਲੱਗੇ ਹੋਏ ਹੈ, ਬ੍ਰਹਮਚਾਰੀ ਬੈਠਾ ਹੈ। ਗੁਰੂ ਸਾਹਿਬ ਉਹਨਾਂ ਦੀ ਸੇਵਾ ਅੰਨ ਪਾਣੀ ਦੀ ਕੀਤੀ। ਉਹ ਕੋਈ ਪ੍ਰਸੰਗ ਚੱਲ ਪਿਆ ਐਸਾ, ਕਹਿਣ ਲੱਗਾ ਜੀ ਤੁਹਾਡਾ ਗੁਰੂ ਕੌਣ? ਉਸ ਵੇਲੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਗੁਰੂ ਅਜੇ ਅਸੀਂ ਧਾਰਨ ਨਹੀਂ ਕੀਤਾ, ਗੁਰੂ ਧਾਰਨ ਦੀ ਤਲਾਸ਼ ਵਿੱਚ ਹੈ। ਇਹ ਗੱਲ ਸੁਣ ਕੇ ਬ੍ਰਹਮਚਾਰੀ ਨੂੰ ਬੜਾ ਦੁੱਖ ਮੰਨਿਆ। ਕਹਿਣ ਲੱਗਾ, ਓਹੋ ਮੈਂ ਤੁਸੀਂ ਨਿਗੁਰੇ ਹੋ, ਤੁਹਾਡੀ ਸੰਗਤ ਕਰਦਾ ਰਿਹਾ, ਤੁਹਾਡੇ ਹੱਥੋਂ ਅੰਨ ਪਾਣੀ ਖਾਂਦਾ ਰਿਹਾ, ਮੇਰਾ ਜਪ ਤਪ ਕੀਤਾ ਸਾਰਾ ਬਿਰਾਨ ਹੋ ਗਿਆ। ਉਹ ਦੁਖੀ ਹੋ ਕੇ ਰਿਹਾ ਨਹੀਂ, ਉਹ ਉੱਥੇ ਚਲਿਆ ਗਿਆ ਰਾਤ ਨੂੰ ਹੀ ਘਰ 'ਚੋਂ। ਮਹਾਰਾਜ ਸਾਹਿਬ ਨੂੰ ਬੜਾ ਪਛਤਾਵਾ ਲੱਗਾ ਕਿ ਦੇਖੋ ਗੁਰੂ ਤੇ ਹੀਣੇ ਹੋਣੇ ਕਰਕੇ ਕਿੰਨੀ ਹਾਲਤ ਢਿੱਲੀ ਹੈ। ਉਸ ਵੇਲੇ ਆਪਦੀ ਇਹ ਲਿਵ ਲੱਗ ਗਈ ਕਿ ਗੁਰੂ ਜ਼ਰੂਰ ਧਾਰਨਾ ਚਾਹੀਦਾ। ਫਿਰ ਚਿੱਤ ਵਿੱਚ ਇਹ ਖਿਆਲ ਕੀਤਾ ਕਿ ਗੁਰੂ ਕਿਹਨੂੰ ਧਾਰੀਏ। ਇਸ ਖਿਆਲ ਵਿੱਚ ਲੱਗਿਆ ਹੋਇਆ ਮਹਾਰਾਜ ਸਾਹਿਬ ਜੀ ਰਾਤ ਨੂੰ ਸੁੱਤੇ ਨਹੀਂ, ਸਾਰੀ ਰਾਤ ਵਿਰਾਗ ਕਰਦੇ ਰਹੇ, ਜਾਗਦੇ ਬੈਠੇ ਰਹੇ।
उस वेले बीबी जी गुरु अंगद साहब जी की पुत्री बीबी अमरोजी के भतीजे नूं विआही सी इन्हां दियां नूं। वो बीबी ने तड़के उठी सवा पैर के तड़के उठ के इशनान किया, इशनान करके आपका नितनेम किया। फिर हौली हौली घर दे विच बैठी दुध रिड़कण लगी है तो कीर्तन करती है। कीर्तन करती हुई ये शब्द गाउंदी है कि हर बिसर तेरे गुण गलिया, चिरचेर सकीनी बावरिया, जाली रहन जालतन हुआ, जेती घड़ी फाही तेती, रहा चौक चुगन फासे, छूट समूढ़े कवड़ गुणी। इस प्रकार दी तुकां बीबी गाउंदी है। गुरु अमरदास साहब नूं ठंड पै गई वो तुकां सुनन तो। महाराज साहब जिन्ना चिर नेरा रहा उन्ना चिर ओले खड़े उस बीबी तो वो पाठ सुनते रहे शब्द का। तो फिर महाराज पास आ गए दिन चढ़े चानन होए तो कहने लगे बीबी ये शब्द फिर पढ़ के सुनाओ। बीबी ने पहला तो संकोच किया, फिर इन्होंने बजुर्गों की आग्ञा मन के बीबी जी ने गा के सुनाया। कहने लगी बीबी ये शब्द जो साढ़े मन की हालत दसी है, भया मनूर कंचन फिर होवे, जे गुर मिले तनेहा, एक नाम अमृत तो देवे तो नानक कृष्ण देहा। ये साड़ी हालत कही है, ये किन्हों उचारिया होया है। उस वेले कहा बीबी ने सतगुरु नानक देव महाराज साहब का शब्द उचारण किया होया है। कहने लगे साढ़े पिता की हजूरी में ये हमेशा लिए कीर्तन गाया जाता है। वो मैं हजूरी जो कीर्तन गाया जाता है वो मैं कंठ किए हुए शब्द है, इस करके मैं अमृत वेले इन्हों का कीर्तन करदी तो पाठ करदी है। सुन के गुरु नानक साहब के दर्शनों बाबत तांग की गुरु अमरदास साहब ने। महाराज माता बीबी जी कहने लगे महाराज वो तो ज्योति जोत समा गए, सचखंड चले गए है। उन्होंने साढ़े पिता जी को गुरता गद्दी बख्शी है गुरु अंगद साहब ने। वो खडूर साहब च निवास करते हैं। ये कहने लगे बीबी जी उन्होंने मैनू दर्शन कराओ। बीबी ने कहा कि महाराज यूँ बेनती है, सतगुरु सच्चे पातशाह साढ़े पिता की आग्ञा है कि बीबी जिन्ना चिर असीं ना बुलाइए उन्ना चिर सहुरे घर चों वापस नहीं आना, अते जदों आ जाओ जिन्ना चिर ना भेजिए उन्ना चिर आपों नहीं जाना। ये आग्ञा है। पर आप जी का एक कार्य में महाराज जो बेनती की गुरु अमरदास साहब ने, उस वे बीबी ने तैयारी की डोले लैके हौली हौली खडूर साहब इत्थे आई तो गुरु अमरदास जी ने बाहर बिठाया कि महाराज का रुख वेख के महाराज फिर सदांगी। बीबी जदों घर के आके मिली महाराज नूं नमस्कार की। सच्चे पातशाह कहने लगे बीबी बुलाए तो बिना क्यों आई है। ये जदों बचन गुरु अंगद साहब ने कहे तो फिर ये बचन कहा दूजा भी जिन्होंने नाल लियाई उन्होंने बाहर क्यों छड्डिया ही है। उस वे सतगुरां की प्रसन्नता जान के बीबी ने गुरु अमरदास साहब जी को आदमी भेज के बुला लिया। महाराज गुरु अमरदास साहब सच्चे पातशाह जी बीबी अमर दे सहुरे के भराता सनगे, पत्योरे लगते सन बीबी दे। गुरु महाराज साहब साख जान करके आप गुरु अंगद साहब संसारी मर्यादा जान के इनू भुजा पसार के मिलना चाहा। गुरु अमरदास साहब सच्चे पातशाह जी ने महाराज साहब के चरण पकड़ ले कि महाराज मैं तो आपके दासां का दास हाँ, मैं आपके गल नाल नहीं लग सकता। उस वे गुरु अंगद साहब सच्चे पातशाह जी ने प्यार किया, इन्हों बैठा सत्कार कराया। सत्कार करने तो बाद इन्होंने बेनती की कि महाराज आपकी सिक्खी लैन वास्ते मैं आपके चरणों च आया। गुरु महाराज साहब सच्चे पातशाह जी ने उस वे अमृत रूप उपदेश बख्शिया। उपदेश देख के सच्चे पातशाह ने आग्ञा की कि आ 2 दिन बैठे रहे दीवान में, जो दीवान सजा करे उदों कीर्तन सुनिया करन, सतगुरां दे उपदेश सुनिया करन। फिर कहा जी मैनू कोई सेवा बख्शो। सतगुरु महाराज साहब ने कोई आग्ञा न सेवा की कीती। फिर लांगड़ियां अगे बेनती की कि महाराज मैनू कोई सेवा बख्शो। लांगड़ियां ने कहा कि तुसीं जल की सेवा करया करो। उस वे फिर महाराज जिन्ना जल ते लोड़ पिया हो जल की पिया करे लोड़, उन्हें जल लंगर वास्ते लिया के देना। ये बीबी अमरो जी के नाम से खूह है जोड़ा महाराज साहब के स्थान में लगा हुआ है, जो जिथे महाराज साहब ज्योति जोत समाए है वो गुरुद्वारा साहब अंगीठा साहब जी का उत्ते नाम लिखा हूँ वो श्री दरबार साहब है महाराज का गुरु अंगद साहब का। उसके अगे जो खूह है वो बीबी अमरो जी के नाम से बीबी जी ने सेवा करवाई सी खूह की, इस करके उस खूह का नाम बीबी अमरो जी का खूह है। उस खूह तो लंगर की जिन्नी सेवा होया करे जल की गुरु अमरदास साहब भर के लिया कर। फिर सिख इशनान करवाने वाले जोड़े सन भाई जीवा जी महाराज के, उन्होंने कहा कि सानू इशनान की सेवा गुरु साहब की दे दे। महाराज साहब गागर हमेशा लिए ब्यासा विचों मंगवा के इशनान करया करते। इस प्रकार महाराज ने वह सेवा गुरु अमरदास साहब ने वो सिख जीवे तो ले ली। रोज़ गागर
भर के लियानी। ब्यासा तो सवा पैर के तड़के गुरु साहब इशनान करया करते। पहली रात ही जाके गागर भर के वेखो गोंदवाल साहब के पासों 6 मील है तकरीबन, इतों उतों ब्यासा चो भर के गागर लियानी तो जपसा का पाठ करते आना। इस प्रकार महाराज साहब सच्चे पातशाह जी सेवा करते। तो गरीब नवाज जी 1 साल जो सेवा हो गई होया, साल तो बाद 1.5 गज रमाल आप जी ने सिरों पाव बख्शिया। वो सतगुरां दा सिरों पाव जान के महाराज सीस उत्ते ही सजा लेंगे। इसे प्रकार महाराज साहब जी ने 11 साल सेवा की पूरी। हमेशा लई बराजना छड़ दिता, दुनिया नाल गलबात छड़ दी, किसी नाल बचन नहीं करते। संगत विचों जो भोजन मिलता छक के पंग च बैठ के सेवा में हर वक्त लगे रहंदे है। श्री जप साहब के 84 पाठ हमेशा लिए करते हैं। ये जो थड़ा साहब बनया ना गुरु अमरदास साहब का उरले पासे, उस स्थान से बैठ के महाराज साहब जो सेवा तो वेले होंगे इत्थे बैठ के सेवन करया करते। इस प्रकार समा गुजर गया। जो 11 साल सेवा करदे हो गए, हथों में साध संगत जी पानी के नाल बहुत सारे जख्म हो गए, अटन पै गए। इसे प्रकार चरणों के जख्म हो गए, पर कोई परवाह नहीं करते। सिर में चांदी पै गई, जल ढोंदिया ढोंदिया वह दस्तार शीश के उत्ते गुरु साहब दिते 11 रमाल शीश से जाके मुकट वांगू उत्ते रख के सेवा करी जाते हैं। इं जो सेवा करते हो सतगुरु महाराज साहब जी को 11 साल हो गए। तो साध संगत जी वो दिहाड़ा आया 12वें साल का। गुरु महाराज साहब की उम्र उस वे जो सेवा चाहे 71 साल की उम्र लिखा हुआ है, सवैया च आता है। तो 71 साल की उम्र पूरी होगी, 72वां चढ़िया सी जिस वक्त महाराज साहब सेवा च लगे है। इस प्रकार 84 साल तक महाराज साहब जी ने सेवा की, बिरध अवस्था च होंदे होया। सेवा अही जी की, नौजवान भी कोई नहीं कर सकते। ऐसी सेवा सतगुरु जी ने की। हर वक्त सेवा तत्पर रहना, लोगों ने किसी मखौल करने भी इन्हों कुड़मां के घर आके रेंदे है, कोई किसी की गल की परवाह नहीं करनी, हर वक्त सेवा च मस्त रहना, सिमरन करते रहना। इस प्रकार समा जो गुजर गया, सतगुरां विच ताकतां हो आईयां, कुछ वो शक्तियां हो आईयां। शक्तियां के समेत जो हो गए, फिर भी अजर जर के रखते हैं, गुरु साहब की आग्या च ही रहिंदे हन। एक दिन की गल है, जो 11 साल सेवा करते हुए 12वां साल चढ़िया, उस वक्त साध संगत जी बरखा बहुत पै रही सी। सवा पैर के तड़के महाराज साहब गागर जल्दी ले आ रहे सी। रस्ते के जिथे जिथे महाराज गागर आराम कर देंगे सी, और राह च दमदमा साहब गुरुद्वारा बनया हुआ है, जो गोंदवाल साहब तो कोह ते उरे है। उत्थे महाराज साहब गागर रख के कोई आराम करया करते। उदों बाद फिर इत्थे पुज्या करते इशनान के वक्त। जिस वक्त महाराज साहब गागर ले आ रहे सी, ये जलाहे का इत्थे घर सी। ये बहुत मीह पिया होया सी, पानी खड़ा सी, उत्तों बरखा हो रही सी। आप गागर चक्की आ रहे है, चक्की आउंदियां दे गागर पैर तिलकदे जांदे है, घबो घबो के अंगूठे अगे तुरदे हौली हौली। 84 साल की अवस्था है आप जी की। इस हालत में महाराज साहब के गागर चक्की हुई है। गागर चक्की आउंदियां जो इत्थे ये जलाहे का इत्थे कीला सी ताणी बुनन वाला, जिहड़ा करीब साध संगत जी हरा होया संगतां जो गुरु के बाग का मोर्चा सी, उस वे दास दर्शन किए सी, उदों हरा सी ये करीब। इस दे विच फल लगते सी, उस वे पत्ते फल आदि संगतां मूँह दे विच पाउंदियां सी आप पवित्र समझण वास्ते। उदों बाद आपकी उम्र पूरी करके सुक्या है। ये जो करीर सी महाराज के चरणों नाल लग के, जिस वे गुरु अमरदास साहब जी इत्थे आए, ये कीला सी एक करीर का, वो कीले के नाल सतगुरु जी का बिरध अवस्था च चरण लगा। लगन तो महाराज तिलक गया शरीर, तिलकन तो कुंबड़ सी जलाहे की इत्थे खड्डी, जिस विच बैठ के टाणी बुनिया करदा, उस विच बिरध शरीर समेत महाराज साहब जी गिर पे। जिस वे डिगे बड़ा भारी खड़का होया, पानी की भरी हुई सी वो कुंबड़ जिहड़ी सी। उस वक्त महाराज साहब ने गागर नहीं डुलन दी, साहब के रखी गागर है कि महाराज के इशनान च फर्क ना पै गए। उधर गुरु साहब मलखाड़ा साहब जो स्थान है, इत्थे महाराज साहब बाहर संगतां की रौनक करके निवास रखा करते। पहले 6 महीने महाराज साहब जी माई सवराई के गुरुद्वारे साहब समाधि ला के बैठे रहे सन। संगतां की रौनक करके इत्थे महाराज साहब का निवास वाला थान सी। उस जगह सच्चे पातशाह जी परड़े पर आके खड़ गए सन। इशनान का टाइम होया जान के इधर गुरु अमरदास साहब जी जो कुंभड़ च डिगे, उस वे खड़का होया तो जुलाही बोली कि कौन है। जुलाहा बोलिया कौन है। ये जुलाही कहती उस महाराज ने कहा गुरु के सिख हैं। गुरु अमरदास जी ने कहा
ਇਹ ਜੁਲਾਹਾ ਕਹਿੰਦਾ ਕੌਣ ਸਿੱਖ? ਇਹਨ ਜੁਲਾਹੀ ਨੇ ਕਿਹਾ ਅਮਰੂ ਨਥਾਵਾ ਹੋਣਾ। ਇਹ ਕੁਵਾਕ ਕਹੇ। ਮਹਾਰਾਜ ਸਾਹਿਬ ਨੇ ਕਿਹਾ ਮੇਰੇ ਨਥਾਵਾਂ ਦੇ ਥਾਂ ਗੁਰੂ ਅੰਗਦ ਸਾਹਿਬ ਜੀ ਹਨ, ਮੈਂ ਗੁਰੂ ਵਾਲਾ ਹਾਂ, ਤੂੰ ਮੈਨੂੰ ਨਥਾਵਾਂ ਦੱਸਿਆ, ਤੂੰ ਕਮਲੀ ਹੈ, ਗੁਰੂ ਨਥਾਵਿਆਂ ਦਾ ਥਾਂ ਹੈ। ਇਹ ਜਦੋਂ ਬਚਨ ਕਹੇ ਉਹ ਜਲਾਹੀ ਕਮਲੀ ਹੋ ਗਈ। ਉਸੇ ਵੇਲੇ ਆਪ ਗਾਗਰ ਸੰਭਾਲ ਕੇ ਹੌਲੀ ਹੌਲੀ ਆ ਗਏ ਤੇ ਪਰਦੇ ਤੇ ਖੜੇ ਹਨ। ਗੁਰੂ ਸਾਹਿਬ ਨੇ, ਗੁਰੂ ਅੰਗਦ ਸਾਹਿਬ ਜੀ ਨੇ ਬਚਨ ਸੁਣ ਲਏ। ਇਸ਼ਨਾਨ ਆਪ ਜੀ ਦਾ ਕਰਾ ਦਿੱਤਾ। ਇਸ਼ਨਾਨ ਕਰਾਉਣ ਤੋਂ ਬਾਅਦ ਮਹਾਰਾਜ ਸਮਾਧੀ ਲਾ ਕੇ ਬੈਠੇ। ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਖੜੇ ਆਏ ਥਾਂ ਆ ਕੇ ਉਸੇ ਤਰ੍ਹਾਂ ਸਿਮਰਨ ਕੀ ਗਏ। ਜੋ ਦਿਨ ਚੜ੍ਹਿਆ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਬੁਲਾਇਆ ਕਿ ਪੁਰਖਾ ਤੁਹਾਨੂੰ ਰਾਤ ਇਹ ਜੁਲਾਹੇ ਤੇ ਜੁਲਾਹੀ ਨੇ ਕੀ ਕਿਹਾ ਸੀ? ਕਹਿਣ ਲੱਗੇ ਮਹਾਰਾਜ ਸਾਨੂੰ ਕੀ ਕਹਿਣਾ ਸੀ? ਫਿਰ ਜੁਲਾਹੇ ਨੂੰ ਮਹਾਰਾਜ ਸਾਹਿਬ ਨੂੰ ਬੁਲਾਇਆ। ਜੁਲਾਹੀ ਤੇ ਜੁਲਾਹਾ ਦੋਵੇਂ ਜਦੋਂ ਆਏ ਉਹ ਜੁਲਾਹੀ ਕਮਲੀ ਹੋ ਗਈ, ਲੀੜੇ ਪਾੜੀ ਜਾਵੇ, ਨਿਆਣਿਆਂ ਨੂੰ ਪਾੜ ਪਾੜ ਕੇ ਸਿੱਟੀ ਜਾਵੇ। ਉਸ ਵੇਲੇ ਜੁਲਾਹੇ ਨੇ ਮਹਾਰਾਜ ਸਾਹਿਬ ਦੇ ਪਾਸ ਫੜ ਕੇ ਲਿਆਂਦੀ ਤੇ ਦਰਸ਼ਨ ਕਰਨ ਗੁਰੂ ਅੰਗਦ ਸਾਹਿਬ ਦੇ ਰਾਜੀ ਹੋ ਗਏ। ਜਿਸ ਵਕਤ ਰਾਜੀ ਹੋ ਗਈ ਕਹਿਣ ਲੱਗਾ ਮਹਾਰਾਜ ਤੁਹਾਡੇ ਸੇਵਕ ਨੇ ਇਹ ਮੇਰੀ ਜੁਲਾਹੀ ਕਮਲੀ ਕਰ ਦਿੱਤੀ ਹੈ, ਤੁਹਾਡੇ ਦਰਸ਼ਨ ਕਰਕੇ ਮਹਾਰਾਜ ਹੁਣੇ ਰਾਜੀ ਹੋਈ ਹੈ। ਸੁਣ ਕੇ ਮਹਾਰਾਜ ਨੇ ਕਿਹਾ ਭਾਈ ਇਹ ਗੁਰੂ ਕਾ ਥਾਂ ਹੋ ਗਿਆ, ਇੱਥੇ ਨਾ ਤੁਸੀਂ ਹੁਣ ਬੈਠੋ, ਤੇ ਜਿੰਨਾ ਤੁਹਾਨੂੰ ਦੇ ਦਿੰਦੇ ਆ, ਜੇ ਇੱਥੇ ਕਦੇ ਰਹੋਗੇ ਤੁਸੀਂ ਦੁਖੀ ਹੋਵੋਗੇ। ਇਹ ਬਚਨ ਕਹਿਣ ਤੋਂ ਜੁਲਾਹੇ ਨੂੰ ਜਿੰਨਾ ਮਨ ਪਾਉਂਦਾ ਸੀ ਪੈਸਾ ਗੁਰੂ ਸਾਹਿਬ ਨੂੰ ਦਵਾਤਾ ਗੁਰੂ ਅੰਗਦ ਸਾਹਿਬ ਨੇ। ਉਸ ਵਕਤ ਜੁਲਾਹਾ ਤੇ ਇੱਥੋਂ ਚਲਿਆ ਗਿਆ, ਕੂਚ ਕਰ ਗਿਆ। ਹੁਣ ਵੀ ਸੁਣਿਆ ਹੈ ਕਿ ਜੁਲਾਹੇ ਜਿਹੜੀ ਉਹਦੇ ਅੰਸਲੇ ਹੈ, ਜੇ ਇੱਥੇ ਇੱਕ ਵਾਰੀ ਪਾਕਿਸਤਾਨ ਬਣਨ ਤੋਂ ਆਇਆ ਸੀ ਉਹ ਇੱਥੋਂ ਦਾ ਪਾਣੀ ਨਾ ਪੀਵੇ। ਖਡੂਰ ਸਾਹਿਬ ਦੇ ਗੁਰੂ ਸਾਹਿਬ ਨੇ ਸਾਨੂੰ ਇੱਥੋਂ ਵਿਦਿਆ ਕੀਤਾ ਹੋਇਆ। ਇੰਨਾ ਭੈ ਰੱਖਦੇ ਹੋ ਜਿਹੜੇ ਲੋਕ ਹਨ ਜੀ ਉਹਨਾਂ ਦੀ ਅੰਸ ਦੇ ਜੁਲਾਹਿਆਂ ਦੀ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੁਲਾਹੀ ਵੀ ਰਾਜੀ ਹੋ ਗਈ ਤੇ ਜੁਲਾਹੇ ਨੂੰ ਪਦਾਰਥ ਦੇ ਕੇ ਵਿਦਿਆ ਕਰ ਦਿੱਤਾ ਇੱਥੋਂ ਕਿ ਇਹ ਸਾਡਾ ਸਥਾਨ ਹੈ, ਇਹ ਸਾਡੇ ਜੋਤੀ ਜੋਤ ਸਮਾਉਣ ਵਾਲਾ ਥਾਂ ਬਣੇਗਾ। ਇਹ ਬਚਨ ਮਹਾਰਾਜ ਸਾਹਿਬ ਨੇ ਕੀਤੇ। ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਸਾਰੀ ਸੰਗਤ ਦੇ ਵਿੱਚ ਸਣੇ ਕੇਸੀ ਇਸ਼ਨਾਨ ਕਰਵਾ ਕੇ ਉਹ ਜਿਹੜਾ 12 ਸਾਲ ਦਾ ਮੁਗਟ ਸੀ ਸਿਰ ਤੋਂ ਉਹ ਲੁਹਾ ਕੇ ਸੁੰਦਰ ਦਸਤਾਰ ਸਜਵਾਈ। ਉਸ ਵੇਲੇ ਦੇ ਕੇਸ ਉਖੜੇ ਹੋਏ। ਸਾਧ ਸੰਗਤ ਜੀ ਗੋਂਦਵਾਲ ਸਾਹਿਬ ਦਰਸ਼ਨ ਹੁੰਦੇ ਹੈ ਜਿਹੜੇ ਕੇਸ ਮਾਰੇ ਦੇ ਚਾਂਦੀ ਪੈ ਕੇ ਉਖੜ ਗਏ ਸਨ ਗਾਗਰ ਚੱਕਦੇ ਦੇ ਅੱਟਣ ਦੇ ਨਾਲ। ਇੰਨੀ ਭਾਰੀ ਸੇਵਾ ਸ੍ਰੀ ਗੁਰੂ ਮਹਾਰਾਜ ਸਾਹਿਬ ਨੇ ਕੀਤੀ। ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬਿਠਾ ਕੇ ਅੱਜ ਦਾ ਦਿਹਾੜਾ ਸੀ ਉਹ ਸੰਮਤਾ ਚੜ੍ਹਿਆ ਬਿਕਰਮੀ। ਉਸ ਵਕਤ 1600 ਸਾਧ ਸੰਗਤ ਜੀ 9 ਸੰਮਤ ਸੀ ਬਿਕਰਮੀ ਸੰਮਤ। ਅੱਜ ਦੇ ਦਿਹਾੜੇ ਸੰਮਤ ਵਾਲੇ ਦਿਨ ਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਨੂੰ ਸਣੇ ਕੇਸੀ ਇਸ਼ਨਾਨ ਕਰਾ ਕੇ ਸੁੰਦਰ ਨਵੇਂ ਵਸਤਰ ਪਹਿਨਾ ਕੇ ਆਪਣੇ ਸਿੰਘਾਸਨ ਤੇ ਬਿਠਾਇਆ। ਸਿੰਘਾਸਨ ਤੇ ਬਿਠਾ ਕੇ ਕਿਹਾ ਇਹ ਨਥਾਵਿਆਂ ਦੇ ਥਾਂ ਹੈ, ਇਹ ਨਤੇਰਿਆਂ ਦੀ ਧਿਰ ਹੈ, ਇਹ ਨਗਤਿਆਂ ਦੀ ਗੱਤ ਹੈ, ਇਹ ਨਪੱਤਿਆਂ ਦੇ ਪੱਤ ਹੈ, ਨਿਆਸਰਾਂ ਦੇ ਆਸਰਾ ਹੈ, ਨਿਗੁਰਿਆਂ ਦੇ ਗੁਰ ਹੈ। ਇਸ ਤਰ੍ਹਾਂ 12 ਵਰ ਦਿੱਤੇ ਸੱਚੇ ਪਾਤਸ਼ਾਹ ਜੀ। 12 ਵਰ ਦੇ ਕੇ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਹਿਲਾਂ ਵੀ ਪਰਖ ਕੀਤੀ ਸੀ। ਆਪਣੇ ਪੁੱਤਰਾਂ ਦੀ ਪਰਖ ਕਰਨ ਵੇਲੇ ਇਹਨਾਂ ਦੋਹਾਂ ਸਾਹਿਬਜ਼ਾਦਿਆਂ ਨੂੰ ਪਰਖਿਆ ਸੀ। ਜਦੋਂ ਭਾਈ ਗੋਂਦਾ ਖੱਤਰੀ ਆਇਆ ਸੀ ਮਹਾਰਾਜ ਦੇ ਪਾਸ ਕਿ ਮਹਾਰਾਜ ਪ੍ਰੇਤ ਹੈ, ਮੇਰੇ ਝੂਠਾ ਨੇਮ ਹੋ ਗਿਆ ਸੀ, ਉਹ ਗੋਂਦਵਾਲ ਬਸਣ ਨਹੀਂ ਦਿੰਦੇ, ਕਿਰਪਾ ਕਰੋ ਉੱਥੇ ਆਪ ਜਿੰਨਾ ਮਨ ਪਾਉਂਦਾ ਸਥਾਨ ਲੈ ਲਓ ਤੇ ਉਹ ਪੁਰੀ ਨੂੰ ਬਸਾਓ। ਮਹਾਰਾਜ ਜੀ ਉਸ ਵਕਤ ਸਾਹਿਬਜ਼ਾਦਿਆਂ ਨੂੰ ਦਾਤੂ ਜੀ ਨੂੰ ਕਿਹਾ, ਦਾਸੂ ਨੂੰ ਕਿਹਾ। ਇਹਨਾਂ ਭੂਤ ਪ੍ਰੇਤ ਸੁਣੇ ਸੀ ਕਿ ਬਹੁਤ ਉੱਥੇ ਡੇਰਿਆਂ ਦੇ ਡੇਰੇ ਲੱਗੇ ਹੋਏ ਹੈ। ਕਹਿਣ ਲੱਗੇ ਜੀ ਅਸੀਂ ਸਾਡਾ ਪਿੰਡ ਖਡੂਰ ਹੈ, ਅਸੀਂ ਛੱਡ ਕੇ ਉੱਥੇ ਕਿਉਂ ਜਾਈਏ? ਕਿਉਂ ਸਾਹਿਬਜ਼ਾਦਿਆਂ ਨੇ ਆਗਿਆ ਨਹੀਂ ਸੀ ਮੰਨੀ। ਗੁਰੂ ਸਾਹਿਬ ਨੂੰ ਪਰਖ ਲਏ ਸੀ ਕਿ ਦੋਵੇਂ ਸਾਹਿਬਜ਼ਾਦੇ ਆਗਿਆਕਾਰ ਨਹੀਂ ਹੋਣਗੇ। ਉਸ ਵਕਤ ਗੁਰੂ ਅਮਰਦਾਸ ਸਾਹਿਬ ਨੂੰ ਆਗਿਆ ਦੇ ਕੇ ਭੇਜਿਆ ਸੀ। ਮਹਾਰਾਜ ਨੇ ਕਿਹਾ ਆਪ ਦੀ ਆਗਿਆ ਕੀ? ਮਹਾਰਾਜ ਕਹਿੰਦੇ ਸਾਡੀ ਹੱਥ ਦੀ ਛਿਟੀ ਲੈ ਜਾਓ, ਕੋਈ ਪ੍ਰੇਤ ਭੂਤ ਨਹੀਂ ਰਹੇਗਾ, ਜਿਸ ਤੁਸੀਂ ਛਿਟੀ ਫੇਰੋਗੇ ਸਭ ਇੱਥੋਂ ਚਲੇ ਜਾਣਗੇ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਦੇ ਛਿਟੀ ਫੇਰਨ ਤੋਂ ਸਾਰਾ ਡੇਰਾ ਉੱਥੋਂ ਦਾ ਚੱਕਿਆ ਗਿਆ ਸੀ। ਕਿਉਂ ਗੋਂਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਨੂੰ ਵਸਾਇਆ ਸੀ ਸਾਧ ਸੰਗਤ ਜੀ। ਇਸ ਪ੍ਰਕਾਰ ਸਾਹਿਬਜ਼ਾਦਿਆਂ ਦੀ ਪਰਖ ਵੀ ਹੋਈ ਸੀ। ਅੱਜ ਦੇ ਦਿਨ ਸਾਧ ਸੰਗਤ ਜੀ ਫਿਰ ਸਤਿਗੁਰੂ ਅੰਗਦ ਸਾਹਿਬ ਜੀ ਨੂੰ ਉੱਠ ਕੇ ਖੜੇ ਹੋ ਗਏ। ਆਪ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਆਪਦੇ ਚਰਨਾਂ 'ਚ ਨਾਲੀਰ ਤੇ 5 ਪੈਸੇ ਗੁਰੂ ਨਾਨਕ ਸਾਹਿਬ ਨੂੰ ਜਿਵੇਂ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ ਸੀ ਗੁਜਾਈ ਦੇਣ ਵੇਲੇ ਕਰਤਾਰਪੁਰ। ਇਹ 5 ਪੈਸੇ ਤਾਂ ਜਿਹੜੇ ਮਾਇਆ ਭੇਟਾ ਕਰਤੀ ਸਾਰੀ ਦੁਨੀਆ ਦੀ ਇਹਦੀਆਂ ਸਿੱਧੀਆਂ ਤੇ ਨਲੇਰ ਸੀਸ ਭੇਟਾ ਕਰ ਦਿੱਤਾ ਮਹਾਰਾਜ ਜੀ ਨੇ। ਇਸ ਪ੍ਰਕਾਰ ਭੇਟ ਕਰਕੇ ਸੱਚੇ ਪਾਤਸ਼ਾਹ ਜੀ ਨੇ ਭਾਈ ਬੁੱਢੇ ਸਾਹਿਬ ਨੂੰ ਆਗਿਆ ਹੋਈ ਕਿ ਤੁਸੀਂ ਹੁਣ ਇਹਨਾਂ ਦੇ ਤਿਲਕ ਕੱਢੋ। ਉਸ ਵੇਲੇ ਭਾਈ ਬੁੱਢਾ ਸਾਹਿਬ ਨੇ ਗੁਰੂ
ਅਮਰਦਾਸ ਸਾਹਿਬ ਦੇ ਮੱਥੇ ਤਿਲ ਕੱਢਿਆ ਗੁਰਤਾ ਗੱਦੀ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਕਿਉਂ ਦਾਦੇ ਜੇ ਵਿਹਾ ਪੋਤਾ ਪ੍ਰਵਾਨ। ਇਸ ਤਰ੍ਹਾਂ ਪ੍ਰਕਾਸ਼ ਸੱਚੇ ਪਾਤਸ਼ਾਹ ਗੁਰੂ ਨਾਨਕ ਪਿਤਾ ਰੂਪ ਗੁਰੂ ਅੰਗਦ ਸਾਹਿਬ ਦੇ ਤੇ ਗੁਰੂ ਅੰਗਦ ਸਾਹਿਬ ਜੀ ਪਿਤਾ ਰੂਪ ਗੁਰੂ ਅਮਰਦਾਸ ਸਾਹਿਬ ਦੇ, ਕਿਉਂ ਦਾਦਾ ਰੂਪ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੇ ਪਿਤਾ ਰੂਪ ਗੁਰੂ ਅੰਗਦ ਸਾਹਿਬ ਜੀ ਤੇ ਪੋਤਰੇ ਰੂਪ ਗੁਰੂ ਅਮਰਦਾਸ ਸਾਹਿਬ ਜੀ। ਜੋ ਤੋਹਾ ਜੁਗਤ ਸਹਿ ਕਾਇਆ ਫਿਰ ਪਲਟੀ ਹੈ, ਕਿਉਂ ਤੀਜੇ ਸਰੂਪ ਵਿੱਚ ਗੁਰੂ ਬੈਠਾ ਅਮਰ ਸਰੂਪ ਹੋਏ। ਇਸ ਪ੍ਰਕਾਰ ਦਿੱਤਾ ਛੱਡ ਖੰਡੂਰ ਦਾ ਵਸਣਾ ਛੱਡ ਕੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਗੋਂਦਵਾਲ ਸਾਹਿਬ ਵਿੱਚ ਬੈਠ ਕੇ ਜੋਤ ਦੀ ਗਾਉਣਾ ਕੀਤੀ। ਅੱਜ ਉਹਨਾਂ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਦਾ ਗੁਰਪੁਰਬ ਆ ਗੁਰੂ ਅਮਰਦਾਸ ਸਾਹਿਬ ਦਾ। ਸਾਰੀਆਂ ਸੰਗਤਾਂ ਦੇ ਤਾਈ ਵਧਾਈ ਹੋਵੇ। ਵਾਹਿਗੁਰੂ ਸਾਹਿਬ ਜੀਓ ਦੋਹਰਾ ਪੁਨ ਇੱਕ ਦਿਨ ਗਮਨੇ ਸਭਾ ਨੰਦਨ ਸ੍ਰੀ ਹਰਿ ਰਾਏ। ਗੁਰੂ ਮਹਾਰਾਜ ਸਾਹਿਬ ਗੁਰੂ ਅਮਰਦਾਸ ਸਾਹਿਬ ਗੁਰਿਆਈ ਗੱਦੀ 22 ਸਾਲ ਕੀਤੀ ਹੈ। 22 ਸਾਲ 'ਚ ਬੌਲੀ ਸਾਹਿਬ ਦਾ ਰਚਨਾ ਮਹਾਰਾਜ ਦਾ ਅਤੇ ਸੱਚੇ ਪਾਤਸ਼ਾਹ ਦਾ ਬੜੇ ਬੜੇ ਪ੍ਰੇਮੇ ਵਰਗੇ ਕੁਸ਼ਤੀਆਂ ਦਾ ਉਧਾਰ ਕਰਨਾ, ਆਪਦੇ ਚਰਨਾਂ ਦੇ ਇਸ਼ਨਾਨ ਵਾਲੇ ਜਲ ਦੇ ਨਾਲ ਕੋੜੀਆਂ ਦੇ ਕੋੜ ਮੇਟ ਦੇਣੇ, ਸੱਚਨ ਸੱਚ ਵਰਗੇ ਮਸਤਾਨਿਆਂ ਨੂੰ ਰਾਣੀਆਂ ਨੂੰ ਪੜਦੇ ਕਰਕੇ ਜਦੋਂ ਆਉਣਾ ਉਹ ਕਮਲੀਆਂ ਹੋ ਜਾਣਾ ਤੇ ਫਿਰ ਉਹਨੂੰ ਆਪਦੀ ਖੜਾਉਣਾ ਰਾਜੀ ਕਰਕੇ ਸੱਚੇ ਪਾਤਸ਼ਾਹ ਨੇ ਸੱਚਨ ਸੱਚ ਦੇ ਨਾਲ ਸ਼ਾਦੀ ਕਰ ਦੇਣੀ। ਇਹ ਬੇਅੰਤ ਗੁਰੂ ਸਾਹਿਬ ਜੀ ਨੇ ਪਰਉਪਕਾਰ ਕੀਤੇ, ਜਿਨ੍ਹਾਂ ਨੂੰ ਕੋਏ ਨਾ ਜਾਣੇ ਕੋਏ ਨਾ ਮਾਨੇ। ਸੇ ਪ੍ਰਗਟ ਹਰਦੁਆਰੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ, ਕੋਈ ਵੀ ਨਹੀਂ ਸੀ ਮੰਨਦਾ, ਉਹ ਦੁਨੀਆ 'ਚ ਪ੍ਰਗਟ ਕਰਕੇ ਸੂਰਜ ਦੀਆਂ ਚਮਕਾਤੇ। ਅਕਬਰ ਦੀਆਂ ਜੇ 22 ਮੰਨੀਆਂ ਸੀ, 22 ਸਿੱਖਾਂ ਨੂੰ ਬਖਸ਼ਤੀਆਂ, 72 ਪੀੜੇ ਮਾਈਆਂ ਨੂੰ ਦੇ ਕੇ ਪ੍ਰਚਾਰ ਕਰਾਇਆ। ਤੇ ਉਹ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬੜਾ ਭਾਰੀ ਸੰਸਾਰ ਦੇ ਅੰਦਰ ਸਤਨਾਮ ਦਾ ਝੰਡਾ ਚਲਾਇਆ। ਗੁਰੂ ਅਮਰਦਾਸ ਸਾਹਿਬ ਨੇ ਇੱਕੋ ਹੀ ਪੰਗਤ ਕਰਕੇ ਸਾਰਿਆਂ ਦੇ ਤਾਈਂ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਤੇ ਬਖਸ਼ਿਸ਼ ਕੀਤੀ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਅੱਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹੈ। ਸਭ ਸੰਗਤਾਂ ਨੂੰ ਪ੍ਰਸੰਨਤਾ ਹੋਵੇ ਮਹਾਰਾਜ ਦੇ ਗੁਰਿਆਈ ਤੇ ਬਿਰਾਜਮਾਨ ਹੋਣ ਦੇ।